ਭਾਸਕਰ ਸਾਹਿਬ ਅੱਜ ਤੁਹਾਨੂੰ ਜੀ ਆਇਆਂ ਨਹੀਂ ਕਹਿਣਾ। ਅੱਜ ਤੇ ਮੈਂ ਵਿਰੋਧ ਕਰਨਾ ਚਾਹੁੰਦਾ, ਆਪਣਾ ਵਿਰੋਧ ਕਾਲੇ ਕੱਪੜੇ ਪਾ ਕੇ। ਅੱਜ ਮੈਂ ਆਪਣੀ ਮਰੀ ਹੋਈ ਜ਼ਮੀਰ ਦਾ ਮਰਸੀਆ ਪੜਨਾ ਚਾਹੁੰਦਾ, ਜਿਹੜੀ ਰੋਜ਼ ਸਵੇਰੇ ਕੈਮਰੇ ਤੇ ਆਉਣ ਤੋਂ ਪਹਿਲਾਂ ਮੈਨੂੰ ਰੋਕ ਲੈਂਦੀ ਆ। ਨਾ 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 ਨਾ, ਸੱਤਾਵਾਨਾਂ ਦੇ ਖਿਲਾਫ ਕੁਝ ਨਾ ਬੋਲੀ, ਨੁਕਸਾਨ ਹੋ ਜੂ। ਮੈਨੂੰ ਹਮੇਸ਼ਾ ਲੱਗਦਾ ਜੇ ਫਲਾਣੇ ਦੇ ਖਿਲਾਫ ਅਸੀਂ ਕੋਈ ਗੱਲ ਕੀਤੀ, ਇਹ ਨਾ ਹੋਵੇ ਆ ਵਾਪਰ ਜੇ। ਮੈਂ ਨਵਜੋਤ ਸਿੰਘ ਸਿੱਧੂ ਦੇ ਘਟਨਾਕ੍ਰਮ ਨੂੰ ਆਪਣੇ ਆਪ ਨਾਲ ਜੋੜ ਕੇ ਵੇਖਣਾ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਮੈਂ ਰਸੂਖ ਮਾਨਾ ਨੂੰ ਪੁੱਛਣਾ ਚਾਹੁੰਦਾ ਹੈ। ਚਲੋ ਲੋਕਤੰਤਰ ਹੈ, ਸਰਪੰਚਾਂ ਤੋਂ ਗੱਲ ਸ਼ੁਰੂ ਕਰਦੇ ਹਾਂ। ਹਰ ਬੰਦਾ ਇਸ ਗੱਲ ਨੂੰ ਆਪਣੇ ਤੇ ਨਾ ਲਵੇ, ਕਿਉਂਕਿ ਇਹ ਗੱਲ ਮੈਂ ਆਪਣੇ ਖਿਲਾਫ ਕਰ ਰਿਹਾ। ਗੁੱਸਾ ਨਾ ਕਰਿਓ, ਗਾਲਾਂ ਕੱਢਣੀਆਂ ਤੇ ਭਾਸ਼ਾ ਸੱਭਿਅਕ ਰੱਖਿਓ। ਮਨ ਚੰਚਲ ਹੈ, ਸ਼ੈਤਾਨ ਹੈ, ਪਰ ਫਿਰ ਵੀ ਸੰਵੇਦਨਸ਼ੀਲ ਹੈ, ਗੁੱਸਾ ਕਰ ਜਾਂਦਾ ਹੈ। ਬੇਨਤੀ ਇਹ ਆ, ਜਿਹੜੇ ਮੈਂਬਰ ਜਾਂ ਸਰਪੰਚ ਮਿਨਿਸਟਰਾਂ ਦੇ ਘਰੇ ਜਾਂ ਐਮਐਲਏਸ ਦੇ ਘਰੇ ਸਵੇਰੇ ਸਵੇਰੇ ਬੇਇੱਜ਼ਤੀ ਕਰਵਾ ਕੇ ਮੁੜਦੇ ਆ, ਕਦੇ ਉਹਨਾਂ ਸੋਚਿਆ ਅਸਤੀਫਾ ਦੇ ਮਾਰੋ ਇਹੋ ਜੀ ਜਲਾਲਤ ਨਾਲੋਂ? ਘਰੇ ਆ ਕੇ ਘਰ ਵਾਲੀ ਜਾਂ ਬੱਚਿਆਂ ਤੇ ਤਾਂ ਰਾਸ਼ਨ ਪਾਣੀ ਲੈ ਕੇ ਚੜ ਜਾਣਗੇ, ਕਿਸੇ ਹਮਾਤੜ ਦੀ ਜਈ ਤਈ ਫਿਰ ਦੇਣਗੇ, ਪਰ ਕਹਿੰਦੇ ਨਾ, ਆ ਘੜੀ ਤਾਂ ਬੀਤ ਜਾਊ, ਅਸਤੀਫਾ ਦੇ ਦਿੱਤਾ ਫਿਰ ਕੀ ਹੋਊ, ਚੌਧਰ ਚਲੇ ਜਾਓ। ਆਪਾਂ ਪੂਰਾ ਦਿਨ ਦਫ਼ਤਰਾਂ ਦੇ ਵਿੱਚ ਜਲੀਲ ਹੁੰਨੇ ਆ, ਇਹ ਝੋਰਾ ਕਰਦੇ ਆ ਕਿ ਮਾਹੌਲ ਸਾਜ਼ਗਰ ਨਹੀਂ। ਕਦੇ ਨਹੀਂ ਜੁਰਤ ਕਰਦੇ ਕਿ ਇਸ ਮਾਹੌਲ ਨੂੰ ਬਦਲਣ ਲਈ ਕੁਝ ਕਰੀਏ ਜਾਂ ਇਹਨੂੰ ਲੱਤ ਮਾਰ ਦਈਏ, ਕਿਉਂਕਿ ਸਾਨੂੰ ਭਵਿੱਖ ਦਾ ਡਰ ਸਤਾਉਂਦਾ ਹੈ। ਜਿਹੜੇ ਬੱਚੇ ਵਿਦੇਸ਼ਾਂ 'ਚ ਚਲੇ ਗਏ, ਰੋਜ਼ ਜਹਾਜ਼ ਭਰ ਭਰ ਉੱਡਦੇ ਆ, ਉਹਨਾਂ ਨੂੰ ਕਦੇ ਕਿਉਂ ਨਹੀਂ ਪੁੱਛਦੇ ਕਿ ਉਹ ਮੁੜਨਾ ਨਹੀਂ ਚਾਹੁੰਦੇ? ਤੁਸੀਂ ਕਹਿੰਦੇ ਵੀ ਹੋ ਕਿ ਮੁੜਿਓ ਨਾ, ਉੱਥੇ ਹੀ ਠੀਕ ਹੈ, ਤੇ ਉਹ ਆਉਣਾ ਵੀ ਨਹੀਂ ਚਾਹੁੰਦੇ। ਕਦੇ ਨਿੱਠ ਕੇ ਬਹਿ ਕੇ ਸੋਚਿਆ ਕਿਉਂ ਨਹੀਂ ਮੁੜਨਾ ਚਾਹੁੰਦੇ? ਉਹ ਆਪਣੇ ਇੱਥੋਂ ਦੇ ਜਾਏ, ਉੱਥੋਂ ਦੇ ਹੋ ਕੇ ਕਿਉਂ ਰਹਿ ਗਏ? ਆ ਸਿੱਧੂ ਤੇ ਬਹੁਤ ਹੀ ਮਾੜਾ ਬੰਦਾ ਹੈ। ਸਿੱਧੂ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਨੀ। ਉਹ ਚੜ੍ਹਦੀ ਉਮਰੇ ਉਹਦੇ ਤੇ ਕਤਲ ਦਾ ਦੋਸ਼ ਲੱਗ ਜਾਂਦਾ, ਉਸ ਤੋਂ ਮਾੜਾ ਕੌਣ ਆ? ਅੜਬ ਹੈ, ਉਹ ਕਿਸੇ ਦੀ ਨਹੀਂ ਸੁਣਦਾ। ਤੇ ਉਹਦੀ ਇਮਾਨਦਾਰੀ ਦਾ ਅਸੀਂ ਕੀ ਕਰੀਏ? ਚਾਰ ਪਾਉਣਾ ਆਪਾਂ ਛੱਡ ਦਿੰਨੇ ਆ ਭਾਸਕਰ ਸਾਹਿਬ ਇਹ ਗੱਲਾਂ। ਆਪਾਂ ਸਿੱਧੂ ਦੇ ਉੱਤੇ ਸਾਰੇ ਇਲਜ਼ਾਮ ਧਰ ਦਿੰਨੇ ਆ, ਸੁਰਖਰੂ ਹੋ ਜਾਂਦੇ ਆ। ਉਹਨੇ ਤਾਂ ਕਾਂਗਰਸ ਮਾਰਤੀ, ਉਹਨੇ ਤਾਂ ਜਿਹੜੀ ਪਾਰਟੀ 'ਚ ਗਿਆ ਉਹਦਾ ਸੱਤਿਆਨਾਸ਼ ਕਰਤਾ। ਘਰ ਨੂੰ ਕੀ ਲੈ ਕੇ ਮੁੜਿਆ ਕਦੇ ਨਹੀਂ ਸੋਚਦੇ। ਉਹ ਚੰਗਾ ਨਾ ਹੁੰਦਾ ਜੇ ਅਕਾਲੀਆਂ ਨਾਲ ਬਣਾਈ ਰੱਖਦਾ, ਘਰ ਵਾਲੀ ਇੱਕ ਚੰਗਾ ਮਲਾਈਦਾਰ ਮਹਿਕਮਾ ਰੱਖੀ ਰੱਖਦੀ, ਉਹ ਬੀਜੇਪੀ ਨਾਲ ਕਿਉਂ ਵਿਗਾੜਦਾ? ਇੱਥੇ ਲੋਕਾਂ ਦੇ ਨਿਆਣਿਆਂ ਦੇ ਸੀਂਢ ਪੂੰਝਦੇ ਫਿਰਨਾ ਸੀ ਲੋਕ ਸਭਾ 'ਚ ਜਾਣ ਲਈ। ਉਹਨੂੰ ਤਾਂ ਰਾਜ ਸਭਾ ਮਿਲ ਗਈ ਸੀ, ਰਾਜ ਸਭਾ ਮਿਲ ਗਈ ਸੀ। ਹੋਰ ਮੋਦੀ ਦੇ ਸੋਲੇ ਗਾ ਲੈਂਦਾ ਤੇ ਉਹਨੂੰ ਮਾੜੀ ਮੋਟੀ ਮੰਤਰੀਸ਼ਿਪ ਵੀ ਮਿਲ ਜਾਣੀ ਸੀ, ਮਿਨਿਸਟਰਸ਼ਿਪ ਮਿਲ ਜਾਣੀ ਸੀ। ਫਿਰ ਉੱਥੋਂ ਅਸਤੀਫਾ ਦੇਣ ਦੀ ਕੀ ਲੋੜ ਸੀ? ਤੁਹਾਨੂੰ ਵੀ ਪਤਾ ਹੈ, ਸਾਰੇ ਜਾਣਦੇ ਆ ਕਿ ਮੋਦੀ ਜਿੰਨਾ ਤਾਕਤਵਰ ਕੋਈ ਰਾਜਨੇਤਾ ਨਾ ਹੋਇਆ ਨਾ ਗਾਂ ਹੋਊਗਾ। ਹਾਲਾਂਕਿ ਇਹ ਵੀ ਸਾਡਾ ਭਰਮ ਹੁੰਦਾ ਹੈ, ਕਿਉਂਕਿ ਸਮੇਂ ਬਦਲਦੇ ਨਾਲ ਹਰ ਕੋਈ ਤਾਕਤਵਰ ਹੈ। ਪਰ ਉਹਨੇ ਲੜਾਈ ਮੁੱਲ ਲੈ ਲਈ, ਤੇ ਲੜਾਈ ਉਹਨੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਕਿਉਂ ਮੁੱਲ ਲੈਣੀ ਸੀਗੀ? ਉਹਦੀ ਤਾਂ ਘਰ ਵਾਲੀ ਨੂੰ ਚੇਅਰਮੈਨ ਲਾਤਾ ਸੀ, ਮੁੰਡੇ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਲਾਤਾ ਸੀਗਾ। ਕਿਉਂ ਲੈਣੀ ਸੀ ਲੜਾਈ? ਤੁਸੀਂ ਹੁੰਦੇ ਜਾਂ ਮੈਂ ਹੁੰਦਾ, ਆਪਾਂ ਨਾ ਕਰਦੇ ਇੰਜ, ਕਿਉਂਕਿ ਤਾਂ ਸ਼ਦਾਈ ਹੈ। ਉਹਨੂੰ ਤਾਂ ਪਤਾ ਹੀ ਨਹੀਂ, ਉਹ ਦੀਨ ਦੁਨੀਆ ਥੋੜੀ ਜਾਣਦਾ ਹੈ, ਉਹ ਤਾਂ ਲੜਨਾ ਜਾਣਦਾ ਹੈ ਨਾ। ਤੇ ਉਹ ਲੜ ਰਿਹਾ ਨਾ ਕਿਉਂਕਿ ਉਹਨੇ ਘਰ ਨੂੰ ਕੁਝ ਲੈ ਕੇ ਜਾਣਾ ਸੀ। ਤੇ ਫਿਰ ਤੁਸੀਂ ਸੋਚ ਕੇ ਦੇਖੋ ਕਿ ਕਦੇ ਕੈਪਟਨ ਅਮਰਿੰਦਰ ਸਿੰਘ ਵਰਗਾ ਘਾਗ ਸਿਆਸਤਦਾਨ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਇਆ ਜਾ ਸਕਦਾ ਸੀ? ਨਹੀਂ ਲਾਇਆ ਜਾ ਸਕਦਾ ਸੀ। ਪਰ ਉਹ ਲੜਾਈ ਇੰਨੀ ਤਿੱਖੀ ਹੋ ਗਈ, ਲਾਉਣਾ ਪੈ ਗਿਆ। ਤੇ ਫਿਰ ਜਦੋਂ ਸਭ ਕੁਝ ਸਾਜ਼ਗਰ ਸੀ, ਮਾਹੌਲ ਬਹੁਤ ਬਿਹਤਰ ਸੀਗਾ, ਤੇ ਉਹ ਜੋ ਮਰਜ਼ੀ ਪਰਸਨਲ ਕਰਾਈ ਜਾਂਦਾ, ਉਹਦੀ ਕੋਈ ਮੋੜਦਾ ਸੀ ਨਾ? ਹਾਈ ਕਮਾਂਡ ਦੇ ਵਿੱਚ ਉਹ ਚਾਹੁੰਦਾ ਤੇ ਘਰ ਵਾਲੀ ਨੂੰ ਮਿਨਿਸਟਰੀ ਦੇ ਕੇ ਹੋਮ ਮੰਤਰਾਲਾ ਦਵਾ ਲੈਂਦਾ, ਕਿਸੇ ਨੇ ਮਨਾ ਕਰਨਾ ਸੀ? ਉਹ ਆਪ ਤਾਂ ਪ੍ਰਧਾਨ ਸੀਗਾ ਹੀ, ਉਹ ਚਾਹੁੰਦਾ ਤੇ ਘਰ ਵਾਲੀ ਨੂੰ। ਲੋਕ ਗਾਲਾਂ ਹੀ ਕੱਢਦੇ, ਤੁਸੀਂ ਮੈਂ ਕਹਿੰਦੇ ਕਿ ਇਹ ਵੀ ਮਤਲਬ ਪ੍ਰਸਤਾ ਕਹਿਣਾ ਵੀ ਬਣਦਾ ਸੀ। ਲੇਕਿਨ ਅੱਜ ਕਿਉਂਕਿ ਉਹ ਬਹੁਤ ਹੀ ਮਾੜਾ ਬੰਦਾ, ਹੁਣ ਤੋਂ 2 ਘੰਟੇ ਬਾਅਦ ਉਹ ਅਸਤੀਫਾ ਵਾਪਸ ਲੈ ਲੇ, ਗੱਲ ਛੱਡ ਦਿੰਦੇ ਆ। ਲੇਕਿਨ ਹੁਣ ਦੀ ਗੱਲ ਕਰੀਏ ਕਿ ਨਵਜੋਤ ਸਿੰਘ ਸਿੱਧੂ ਨੇ ਜੇਕਰ ਕੁਝ ਲੈਣਾ ਸੀ, ਘਰ ਲਈ ਲੈਣਾ ਸੀ। ਜੇਕਰ ਉਹ ਵਿਰੋਧ ਕਰ ਰਿਹਾ ਤਾਂ ਕੀ ਇੰਨੇ ਮਿਨਿਸਟਰਾਂ ਚੋਂ ਕਿਸੇ ਹੋਰ ਨੇ ਵਿਰੋਧ ਕੀਤਾ? ਸੁਖਜਿੰਦਰ ਸਿੰਘ ਰੰਧਾਵਾ ਬਹੁਤ ਇਮਾਨਦਾਰ ਨੇ, ਉਹ ਸਦਾ ਕਹਿੰਦੇ ਮੈਂ ਬਹੁਤ ਇਮਾਨਦਾਰ ਹੈ। ਪਰ ਕਾਂਗਰਸ ਦੇ ਵਿੱਚ ਜੋ ਮਰਜ਼ੀ ਮਾੜਾ ਹੁੰਦਾ ਰਹੇ, ਸਰਕਾਰ ਦੇ ਵਿੱਚ ਜੋ ਮਰਜ਼ੀ ਮਾੜਾ ਹੁੰਦਾ ਰਹੇ, ਕਿਉਂਕਿ ਮੈਂ ਪੀੜ੍ਹੀਆਂ ਤੋਂ ਕਾਂਗਰਸੀ ਹਾਂ, ਮੈਂ ਨਹੀਂ ਛੱਡ ਸਕਦਾ। ਇਸ ਕਰਕੇ ਉਸ ਇਮਾਨਦਾਰੀ ਦੇ ਨਾਲ ਵੀ ਕੁਝ ਸ਼ਰਤਾਂ ਦੇ ਟੈਗ ਜੁੜੇ ਆ। ਬਹੁਤ ਸਾਰੇ ਪਾਵਰਫੁਲ ਇਨਸਾਨ ਨੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਆ ਬਹੁਤ ਕੁਝ ਗਲਤ ਹੁੰਦਾ ਰਹਿੰਦਾ, ਅੱਖਾਂ ਮੀਟ ਛੱਡਦੇ ਆ, ਕੋਈ ਪ੍ਰਵਾਹ ਥੋੜੀ ਆ। ਮੈਂ ਬਹੁਤ ਬੋਲ ਆਇਆ, ਬਕਵਾਸ ਕਰ ਆਇਆ। ਸਾਡੀ ਹੈਸੀਅਤ ਕੀ ਆ, ਔਕਾਤ ਕੀ ਆ? ਆਮ ਬੰਦੇ ਦੀ ਹੈਸੀਅਤ ਸਿਰਫ ਬਹਿਸਾਂ ਕਰਨ ਜੋਗੀ ਆ, ਕਦੇ ਸ਼ਰਾਬ ਦੇ ਪੈਗ ਨਾਲ ਤੇ ਕਦੇ ਚਾਹ ਦੇ ਕੱਪ ਤੇ, ਕਦੇ ਦਫ਼ਤਰਾਂ ਦੇ ਲਾਨ 'ਚ ਬਹਿ ਕੇ, ਕਦੇ ਦਫ਼ਤਰਾਂ ਦੇ ਟੇਬਲ ਤੇ ਬਹਿ ਕੇ, ਤੇ ਕਦੇ ਆਪਾਂ 5 ਸਟਾਰ ਹੋਟਲਾਂ ਦੀਆਂ
12 ਚ ਬਹਿ ਜਾਂਦੇ ਆ। ਇਸ ਤੋਂ ਵੱਧ ਆਪਾਂ ਕੁਝ ਨਹੀਂ ਕਰ ਸਕਦੇ। ਆ ਘਟਨਾਕ੍ਰਮ ਨਾ ਇਹਨੂੰ ਤਾਂ ਨਿਬੇੜ ਲਿਆ ਜਾਊਗਾ, ਇਹ ਕਿਹੜੀ ਗੱਲ ਆ, ਲੇਕਿਨ ਵਿਰੋਧ ਕੌਣ ਕਰੂਗਾ? ਆਪਾਂ ਮਰੀਆਂ ਹੋਈਆਂ ਲਾਸ਼ਾਂ ਵਰਗੇ ਆ। ਅਸੀਂ ਕਦੇ ਨਹੀਂ ਬੋਲਦੇ। ਭਾਸਕਰ ਸਾਹਿਬ, ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਜ਼ਿਆਦਾ ਜੋ ਹਾਲਾਤ ਅੱਜ ਦੇ ਬਣੇ, ਜੇ ਸਿੱਧੂ ਦਾ ਅਸਤੀਫਾ ਬਹੁਤ ਬੁਰੀ ਗੱਲ ਆ ਤਾਂ ਸੱਚਮੁੱਚ ਹੀ ਬਹੁਤ ਬੁਰੀ ਗੱਲ ਆ, ਪਰ ਚੰਗੀ ਗੱਲ ਕੀ ਹੋ ਸਕਦੀ ਸੀ, ਮੈਨੂੰ ਇਹ ਸਮਝਾ ਦਿਓ। ਅੱਜ ਉਹ ਵਿਅਕਤੀ ਬਹੁਤ ਅੜਬ, ਅਖੜ ਤੇ ਮਾੜਾ ਦਿਸਦਾ ਹੋਊਗਾ, ਲੇਕਿਨ ਸਾਰਾ ਕੁਝ ਸੈਟਲ ਕਰਨ ਤੋਂ ਬਾਅਦ ਜੇ ਅਸਤੀਫਾ ਦੇ ਰਿਹਾ, ਕੋਈ ਕਾਰਨ ਤਾਂ ਰਹੇ ਹੋਣਗੇ। ਉਹ ਅੱਜ ਤੋਂ 3 ਮਹੀਨੇ ਬਾਅਦ ਬੋਲਦਾ ਤਾਂ ਅਸੀਂ ਜਈ ਤਈ ਫਿਰ ਦੇਣੀ ਸੀ, ਆਪਾਂ ਉਹਨੂੰ ਬਖਸ਼ਣਾ ਨਹੀਂ ਸੀ। ਪਰ ਜੇ ਅੱਜ ਉਹ ਮਾੜਾ ਹੁੰਦਿਆਂ ਵੀ ਅੱਜ ਉੱਥੇ ਖਲੋ ਕੇ ਮਾੜਾ ਕਹਿ ਰਿਹਾ ਜਿੱਥੇ ਸਾਹਮਣੀ ਸੱਤਾ ਉਹਦੇ ਪਈ ਸੀਗੀ, ਭਾਵੇਂ ਚਲੋ ਨਾ ਹੀ ਮੰਨਦੇ, ਉਪਰੇ ਮਨੀ ਤਾਂ ਮੰਨਣਾ ਪੈਣਾ ਸੀ। ਜਿੱਥੇ ਉਹ ਅੱਜ ਖੜਾ ਉਹਨੂੰ ਗਲਤ ਕਿੱਦਾਂ ਕਹੀਏ? ਮੈਨੂੰ ਕੋਈ ਇੱਕ ਲਫ਼ਜ਼ ਦੱਸੋ ਵੀ ਆਪਾਂ ਨਵਜੋਤ ਸਿੰਘ ਸਿੱਧੂ ਨੂੰ ਗਲਤ ਕਹੀਏ। ਮੈਨੂੰ ਪਤਾ ਹੈ ਅੱਜ ਸਰਦਾਰ ਤਰਲੋਚਨ ਸਿੰਘ ਮੈਨੂੰ ਸਵਾਲ ਕਰਨਗੇ, ਰੰਧਾਵਾ ਦਹਾਕੇ ਤੋਂ ਵੱਧ ਉਹ ਪਾਰਲੀਮੈਂਟ 'ਚ ਬੈਠਾ ਰਿਹਾ, ਉਹਦਾ ਰਿਕਾਰਡ ਕੱਢ ਕੇ ਦੱਸ ਵੀ ਉਹਨੇ ਉੱਥੇ ਕੀ ਬੋਲਿਆ, ਕਿੱਦਾਂ ਪੰਜਾਬ ਦੇ ਹਿੱਤ 'ਚ, ਕੀ ਉਹਨੇ ਪੰਜਾਬ ਦੇ ਹਿੱਤ 'ਚ ਗੱਲ ਕੀਤੀ ਆ। ਪਰ ਮੈਂ ਕਹਿਣਾ ਹੈ ਕਿ ਉਹਨੇ ਜਿਹੜੇ ਅੱਜ ਦੇ ਦਿਨ 'ਚ, ਮੈਂ ਨਾਰਾਜ਼ ਕਰ ਲੂੰ ਉਹ ਸਾਰੇ ਰਿਸ਼ਤੇ ਨਾਤੇ ਜਿਹੜੇ ਸਮਝਦੇ ਆ ਕਿ ਰਵਾਇਤੀ ਪੋਲਿਟਿਕਸ ਹੀ ਚੰਗੀ ਹੁੰਦੀ ਆ, ਲੇਕਿਨ ਨਵਜੋਤ ਸਿੰਘ ਸਿੱਧੂ ਦਾ ਅੱਜ ਖਲੋਣਾ, ਮੈਨੂੰ ਦੱਸੋ ਗੈਰ ਵਾਜਬ ਕਿਵੇਂ ਆ? ਉਹਨੂੰ ਮੈਂ ਗਲਤ ਕਿਵੇਂ ਆਖਾਂ? ਮੈਨੂੰ ਦੱਸੋ। ਨਹੀਂ ਤੇ ਮੈਨੂੰ ਗਾਲਾਂ ਕੱਢਣ ਵਾਲੇ ਇਹ ਜ਼ਰੂਰ ਧਿਆਨ ਰੱਖਿਓ, ਤੁਹਾਡੇ ਵੀ ਬੱਚੇ ਇੱਥੇ ਆ, ਸਾਡੇ ਵੀ ਬੱਚੇ ਇੱਥੇ ਆ, ਅਸੀਂ ਵੀ ਆ। ਇੱਕ ਛੋਟੇ ਜਿਹੇ ਪਰਚੇ ਤੋਂ ਡਰਦੇ ਹੋਏ ਜੇ ਮੂੰਹ ਨਹੀਂ ਖੋਲਾਂਗੇ ਤਾਂ ਅਸੀਂ ਉਸ ਸਿਸਟਮ ਦਾ ਹਿੱਸਾ ਹੋਵਾਂਗੇ ਜਿਹੜਾ ਸਿਸਟਮ ਭੋਰਾ ਕਰਕੇ ਚੱਟ ਗਿਆ, ਜਿਹੜਾ ਸਿਸਟਮ ਸਾਨੂੰ ਇੱਥੋਂ ਭੱਜ ਜਾਣ ਲਈ ਮਜਬੂਰ ਕਰਦਾ ਹੈ, ਜਿਹੜਾ ਸਾਡੇ ਬੱਚਿਆਂ ਨੂੰ ਸੁਰੱਖਿਆ ਨਹੀਂ ਦਿੰਦਾ। ਰੰਧਾਵਾ ਸਾਹਿਬ, ਸਿੱਧੂ ਗਲਤ ਤੇ ਹੈ। ਮੈਂ ਕਹਾਂਗਾ ਸਿੱਧੂ ਗਲਤ ਹੈ, ਕਿਉਂਕਿ ਸਿੱਧੂ ਮੁੱਦਿਆਂ ਦੀ ਰਾਜਨੀਤੀ ਕਰਦਾ ਹੈ, ਉਹ ਗਲਤ ਹੈ। ਉਹ ਪੋਲੀਟੀਸ਼ੀਅਨਸ ਤੋਂ ਇਮਾਨਦਾਰੀ ਦੀ ਆਸ ਕਰਦਾ ਹੈ, ਉਹ ਗਲਤ ਹੈ। ਉਹ ਇਮਾਨਦਾਰੀ ਦਾ ਟੋਲਾ ਬਣਾ ਕੇ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰਦਾ ਹੈ, ਉਹ ਗਲਤ ਹੈ। ਉਹਦੀ ਲੜਾਈ ਕਿਸੇ ਦੇ ਨਾਲ ਪਰਸਨਲ ਨਹੀਂ ਹੈਗੀ, ਉਹ ਮੁੱਦਿਆਂ ਦੇ ਉੱਤੇ ਗੱਲ ਕਰਕੇ ਪੰਜਾਬ ਦੇ ਲੋਕਾਂ ਦੀ ਹਿੱਤਾਂ ਦੀ ਰੱਖਿਆ ਕਰਨਾ ਚਾਹੁੰਦਾ ਹੈ, ਉਹ ਗਲਤ ਹੈ। ਗਲਤ ਇਸ ਕਰਕੇ ਹੈ ਕਿ ਉਹ ਆਪਣੇ ਸਵਾਰਥ ਲਈ, ਅੱਜ ਤੱਕ ਸਿੱਧੂ ਉਹਨਾਂ ਦੇ ਉੱਤੇ ਕੋਈ ਐਲੀਗੇਸ਼ਨ ਨਹੀਂ ਹੈਗਾ ਕਿ ਉਹਨਾਂ ਨੇ ਰਾਜਨੀਤੀ ਤੋਂ ਪੈਸਾ ਕਮਾਇਆ। ਉਹ ਗਲਤ ਸੀਗਾ। ਰਾਜ ਸਭਾ ਦੀ ਸੀਟ ਮਿਲਣ ਤੋਂ ਬਾਅਦ 3 ਮਹੀਨੇ ਬਾਅਦ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਹਿੱਤਾਂ ਦੇ ਵਾਸਤੇ ਉਹ ਭਾਜਪਾ ਤੋਂ ਅਸਤੀਫਾ ਦੇ ਦਿੰਦੇ, ਉਹ ਗਲਤ ਸੀਗਾ। ਜਦ ਉਹਨਾਂ ਨੇ ਆਮ ਆਦਮੀ ਪਾਰਟੀ ਨਹੀਂ ਜੁਆਇਨ ਕਰਕੇ ਕਾਂਗਰਸ ਨੂੰ ਜੁਆਇਨ ਕਰਨਾ ਜ਼ਿਆਦਾ ਬਿਹਤਰ ਸਮਝਿਆ ਪੰਜਾਬ ਦੇ ਭਲੇ ਦੇ ਵਾਸਤੇ, ਉਹ ਗਲਤ ਸੀਗਾ। ਜਦ ਉਹਨਾਂ ਨੇ ਲੋਕਲ ਬੋਡੀਜ਼ ਮਿਨਿਸਟਰੀ ਤੋਂ ਉਹਨਾਂ ਨੂੰ ਕੱਢਿਆ ਗਿਆ, 75-25 ਦੀ ਰਾਜਨੀਤੀ ਦੀ ਗੱਲ ਕੀਤੀ, ਔਰ ਉਸ ਰਾਜਨੀਤੀ ਉਹਨਾਂ ਮੁੱਦਿਆਂ ਨੂੰ ਅੱਗੇ ਵਧਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਹਟਣਾ ਪਿਆ, ਉਹ ਗਲਤ ਸੀਗਾ। ਕਿ ਉਹਨਾਂ ਨੇ ਆਸ ਕੀਤੀ ਨਵੀਂ ਕੈਬਨਿਟ ਬਣੇਗੀ, ਨਵੇਂ ਚਿਹਰੇ ਹੋਣਗੇ, ਨਵੇਂ ਮੁੱਦੇ ਹੋਣਗੇ, ਇਮਾਨਦਾਰੀ ਦੀ ਰਾਜਨੀਤੀ ਗਾਂਹ ਨੂੰ ਵਧੇਗੀ, ਉਹ ਗਲਤ ਸੀਗਾ। ਉਹਨਾਂ ਨੇ ਉਸ ਏਜੀ ਦਾ ਜਿਹੜੇ ਅਪਾਇੰਟਮੈਂਟ ਵਾਸਤੇ ਕੁਝ ਸਵਾਲ ਖੜੇ ਕੀਤੇ, ਉਹ ਗਲਤ ਸੀਗੇ। ਕਿ ਕੁਝ ਮੰਤਰੀ ਮੰਡਲ ਦੇ ਵਿੱਚ ਕੁਝ ਚਿਹਰਿਆਂ ਨੂੰ, ਜਿਹੜੇ ਚਿਹਰੇ ਪਹਿਲੇ ਹੀ ਬੇਈਮਾਨੀ ਦੇ ਦਾਗ ਨਾਲ ਗੰਦੇ ਹੋਏ ਸੀ, ਉਹਨਾਂ ਨੂੰ ਫਿਰ ਕੈਬਨਿਟ ਦੇ ਵਿੱਚ ਲਿਆਉਣ ਦੀ ਗੱਲ ਕੀਤੀ, ਉਹ ਗਲਤ ਸੀਗਾ। ਜਦ ਉਹਨਾਂ ਨੇ ਚੰਨੀ ਉਹਨਾਂ ਦੇ ਕੀਤੇ ਹੋਏ ਫੈਸਲਿਆਂ ਦੇ ਉੱਤੇ, ਜਾਂ ਚੰਨੀ ਜਦ ਮੁੱਖ ਮੰਤਰੀ ਬਣੇ ਤੇ 8-9 ਦਿਨਾਂ ਜਦ ਕਿ ਪਹਿਲੇ ਦਿਨ ਜਦ ਕੈਬਨਿਟ ਦੀ ਮੀਟਿੰਗ ਹੋਈ ਸੀ, ਤੇ ਉਹਨਾਂ ਨੇ ਇਸ ਗੱਲ ਦੀ ਆਸ ਕੀਤੀ ਕਿ ਅੱਜ ਰਾਤੀ 11-11:30 ਵਜੇ ਤੱਕ ਜਦ ਕੈਬਨਿਟ ਦੀ ਮੀਟਿੰਗ ਖਤਮ ਹੋਏਗੀ ਤੇ ਉਹਨਾਂ ਮੁੱਦਿਆਂ ਦੇ ਉੱਤੇ, ਖਾਸ ਕਰਕੇ 5 ਨੁਕਾਤੀ ਪ੍ਰੋਗਰਾਮ ਜਿਹੜੇ ਪੰਜਾਬ ਦੇ ਭਲੇ ਦੇ ਵਾਸਤੇ ਔਰ ਪੰਜਾਬ ਦੀ ਪੋਲਿਟਿਕਸ ਦੀ ਸਫਾਈ ਵਾਸਤੇ ਬਹੁਤ ਜ਼ਰੂਰੀ ਸੀਗੇ, ਉਹਨਾਂ ਮੁੱਦਿਆਂ ਤੇ ਕੰਮ ਹੋਏਗਾ, ਉਹ ਗਲਤ ਸੀਗਾ। ਕੱਲ ਜਦ ਉਹਨਾਂ ਨੇ ਰਿਜ਼ਾਈਨ ਦਿੱਤਾ, ਉਹ ਗਲਤੀ ਸੀਗੀ। ਸਾਰੇ ਟੀਵੀ ਚੈਨਲ, ਸਾਰੀ ਅਖਬਾਰਾਂ ਸਿੱਧੂ ਨੂੰ ਇੱਕ ਤਰੀਕੇ ਨਾਲ ਅਣਖੀ ਵਾਲਾ ਬੰਦਾ, ਜਿਹੜਾ ਬੰਦਾ ਆਪਣੀ ਇੱਕ ਸੈਲਫ ਰਿਸਪੈਕਟ ਨਹੀਂ ਕਹਿ ਰਹੇ, ਉਹ ਕਹਿੰਦੇ ਨੇ ਕਿ ਵੀ ਆਕੜ ਕਰਕੇ ਉਹਨਾਂ ਨੇ ਰਿਜ਼ਾਈਨ ਦਿੱਤਾ ਹੈ। ਤੁਸੀਂ ਰਿਜ਼ਾਈਨ ਦੇ ਪਿੱਛੇ ਦੇਖੋ, ਜਦ ਉਹਨਾਂ ਨੇ ਰਿਜ਼ਾਈਨ ਦਿੱਤਾ ਉਹਦੇ ਪਿੱਛੇ ਕੋਈ ਵੈਸਟਡ ਇੰਟਰਸਟ ਨਹੀਂ ਸੀਗਾ, ਕੋਈ ਪਰਸਨਲ ਇੰਟਰਸਟ ਨਹੀਂ ਸੀਗਾ। ਉਹ ਚਾਹੁੰਦੇ ਕਿ ਜਿਹੜੀ ਗੱਲਾਂ ਤੁਸੀਂ ਹੁਣੇ ਕਹਿ ਕੇ ਹਟੇ ਹੋ, ਉਹ ਸਾਰੀ ਗੱਲਾਂ ਦੇ ਉੱਤੇ ਆਪਣੀ ਮਨਮਰਜ਼ੀ ਨਾਲ, ਆਪਣੇ ਸਵਾਰਥ ਵਾਸਤੇ ਕੁਝ ਵੀ ਕਰਾ ਸਕਦੇ ਸੀਗੇ। ਸਿੱਧੂ ਲਾਲਚੀ ਨਹੀਂ ਹੈ। ਕੱਲ ਰਜੀਆ ਸੁਲਤਾਨਾ ਉਹਨਾਂ ਨੇ, ਸਿੱਧੂ ਉਹਨਾਂ ਦੇ ਘਰ ਦੇ ਵਿੱਚ ਵੜਨ ਤੋਂ ਪਹਿਲੇ ਇਹ ਗੱਲ ਕੀਤੀ ਸੀ। ਉਹ ਰਜੀਆ ਸੁਲਤਾਨਾ ਉਹਨਾਂ ਨੇ ਰਿਜ਼ਾਈਨ ਵੀ ਪਹਿਲੇ ਦਿੱਤਾ ਸੀਗਾ ਜਦੋਂ ਸਿੱਧੂ ਉਹਨਾਂ ਨੂੰ ਮਿਲਣ ਜਾ ਰਹੇ ਸੀਗੇ। ਹੁਣ ਹੋਰ ਆਸ ਸੀਗੀ ਕਿ ਕੁਝ ਲੋਕ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਸਾਥ ਦਿੰਦੇ ਹੋਏ
ਉਸ ਮੁੱਦਿਆਂ ਦੀ ਰਾਜਨੀਤੀ ਨੂੰ ਸਮਝ ਕੇ ਅਸਤੀਫਾ ਦੇਣਗੇ। ਚਲੋ ਹੁਣ ਸਾਰੇ ਲੋਕੀ ਪੁੱਛਦੇ ਨੇ, ਸਾਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਕਿ ਵੀ ਦੇਖੋ ਸਿੱਧੂ ਉਹਨਾਂ ਦੇ ਅਸਤੀਫੇ ਦਾ ਮਤਲਬ ਕੀ ਹੈ, ਦੇਖੋ ਸਿੱਧੂ ਆਪਣਾ ਕੈਰੀਅਰ ਤਬਾਹ ਕਰ ਰਿਹਾ ਹੈ, ਦੇਖੋ ਸਿੱਧੂ ਕਾਂਗਰਸ ਨੂੰ ਤਬਾਹ ਕਰ ਰਿਹਾ ਹੈ, ਦੇਖੋ ਸਿੱਧੂ ਆਕੜ ਵਾਲਾ ਬੰਦਾ ਹੈਗਾ, ਉਹਨੂੰ ਅਗਰ ਹਾਈ ਕਮਾਨ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਤੇ ਕਿੱਦਾਂ ਉਹ ਬੱਚਿਆਂ ਵਰਗਾ ਰੁੱਸ ਕੇ ਬਹਿ ਗਿਆ ਤੇ ਅਸਤੀਫਾ ਦੇ ਦਿੱਤਾ। ਤੁਸੀਂ ਗੱਲ ਨੂੰ ਗੰਭੀਰਤਾ ਨਾਲ ਸੋਚਣ ਦੀ ਕੋਸ਼ਿਸ਼ ਕਰੋ। ਜੇ ਸਿੱਧੂ ਮੁੱਦਿਆਂ ਨਾਲ ਖੜ ਕੇ ਰੈਜ਼ਿਗਨੇਸ਼ਨ ਦੇ ਰਿਹਾ ਤੇ ਆਮ ਜਨਤਾ, ਭਾਵੇਂ ਹੈ ਪੋਲੀਟੀਸ਼ੀਅਨ, ਭਾਵੇਂ ਹੈ ਪੱਤਰਕਾਰ, ਇਹਨਾਂ ਗੱਲਾਂ ਨੂੰ ਉੱਤੇ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਡੂੰਘਾਈ 'ਚ ਜਾਓ ਤੇ ਨਵਜੋਤ ਸਿੰਘ ਸਿੱਧੂ ਵਰਗਾ ਇਮਾਨਦਾਰ ਪੋਲੀਟੀਸ਼ੀਅਨ ਸ਼ਾਇਦ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹਜੇ ਤੱਕ ਅੱਜ ਤੱਕ ਅਸੀਂ ਨਹੀਂ ਦੇਖਿਆ। ਪਰ ਆਉਣ ਵਾਲੇ ਟਾਈਮ ਵਿੱਚ ਕਿ ਇੱਦਾਂ ਦੇ ਇਮਾਨਦਾਰ ਪੋਲੀਟੀਸ਼ੀਅਨਸ ਦਾ ਕੈਰੀਅਰ ਸਿਰਫ ਇਸ ਕਰਕੇ ਤਬਾਹ ਹੋ ਜਾਏਗਾ ਕਿ ਇੱਕ ਹਾਈ ਕਮਾਨ ਨੇ, ਇੱਕ ਪਾਰਟੀ ਦੀ ਹਾਈ ਕਮਾਨ ਨੇ ਉਹਨੂੰ ਵਰਤਣ ਦੀ ਕੋਸ਼ਿਸ਼ ਕੀਤੀ, ਉਹਨੂੰ ਦਰਸ਼ਨੀ ਘੋੜਾ ਬਣਾਉਣ ਦੀ ਕੋਸ਼ਿਸ਼ ਕੀਤੀ, ਔਰ ਜਦ ਉਹ ਮੁੱਦਿਆਂ ਤੇ ਮੂੰਹ ਖੋਲੇ ਤੇ ਉਹ ਅਸਤੀਫਾ ਦੇਣ ਤੇ ਮਜਬੂਰ ਹੋ ਜਾਏ, ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਗੱਲ ਨੂੰ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਸ਼ਾਇਦ ਸਿੱਧੂ ਦੀ ਨਹੀਂ ਚੱਲ ਰਹੀ, ਲੇਕਿਨ ਇਹ ਗੱਲ ਨਹੀਂ ਹੈਗੀ। ਔਰ ਉੱਥੇ ਸਿੱਧੂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਉਹ ਮੁੱਦਿਆਂ ਦੇ ਉੱਤੇ ਦਿੱਤਾ। ਐਡਵੋਕੇਟ ਜਨਰਲ ਨਾਲ ਜਿਹੜੇ ਦਿਓਲ ਸਾਹਿਬ ਬਣਾਏ ਗਏ ਨੇ, ਸਿੱਧੂ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈਗੀ। ਉਹ ਗੱਲਾਂ ਕਰਦੇ ਨੇ ਕਿ ਜਿਸ ਵਿਅਕਤੀ ਨੇ ਪਹਿਲੇ ਸੈਣੀ ਉਹਨਾਂ ਨੂੰ ਬਲੈਂਕਟ ਬੇਲ ਕਰਾਈ ਹੈ ਔਰ ਸਰਕਾਰ ਨੂੰ ਹਰਾਇਆ, ਅੱਜ ਉਸੇ ਵਿਅਕਤੀ ਨੂੰ ਅਸੀਂ ਏਜੀ ਬਣਾ ਰਹੇ ਹਾਂ। ਏਜੀ ਵਾਸਤੇ ਸਿੱਧੂ ਉਹਨਾਂ ਨੇ ਵੀ ਕੁਝ ਜ਼ਰੂਰ ਸਜੈਸ਼ਨ ਦਿੱਤੇ ਸੀਗੇ। ਉਹਨਾਂ ਗੱਲਾਂ ਨੂੰ ਜਦ ਦਰਕਨਾਰ ਕੀਤਾ ਗਿਆ, ਉਹਨਾਂ ਨੂੰ ਪੁੱਛਿਆ ਜਾਂ ਦੱਸਿਆ ਤੱਕ ਨਹੀਂ ਗਿਆ। ਇਹ ਮੁੱਦੇ ਲੱਗਦੇ ਇੱਦਾਂ ਨੇ ਕਿ ਸ਼ਾਇਦ ਸਿੱਧੂ ਉਹਨਾਂ ਦੇ ਕੋਈ ਵੈਸਟਡ ਇੰਟਰਸਟ ਹੋਣਗੇ। ਉਹ ਚਾਹੁੰਦੇ ਸੀਗੇ ਕਿ ਮੁੱਦਿਆਂ ਦੀ ਗੱਲ ਹੋਏ, ਪਹਿਲੀ, ਦੂਜੀ, ਤੀਜੀ ਕੈਬਨਿਟ ਦੇ ਵਿੱਚ ਉਹਨਾਂ ਮੁੱਦਿਆਂ ਦਾ ਹੱਲ ਹੋਏ। ਅੱਜ ਫਿਰ 10:30 ਵਜੇ ਕੈਬਨਿਟ ਬੁਲਾਈ ਗਈ ਹੈ। ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਵਿੱਚੋਂ ਜਿਹੜੇ ਸਿੱਧੂ ਵਿਰੋਧੀ ਲੋਕ ਨੇ ਜਾਂ ਜੋ ਸਿੱਧੂ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਸਿੱਧੂ ਉਹਨਾਂ ਦੇ ਕਾਂਗਰਸ ਦੇ ਵਿੱਚ ਕੱਦ ਵੱਡਾ ਹੋਣ ਕਰਕੇ ਕਈ ਵੱਡੇ ਕੱਦ ਡਾਊਨ ਹੋਏ ਨੇ, ਜਿਨ੍ਹਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਵੀ ਹੈਗੇ ਨੇ। ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਇਹ ਗੱਲ ਕਹਿੰਦੇ ਨੇ ਕਿ ਮੈਂ ਤੇ ਕਹਿੰਦਾ ਹੀ ਸੀਗਾ ਇਹ ਸਥਿਰ ਨਹੀਂ ਹੈਗਾ, ਮੈਂ ਤੇ ਇਹ ਕਹਿੰਦਾ ਹੀ ਸੀਗਾ ਕਿ ਇਹ ਦੇਸ਼ ਵਾਸਤੇ ਖਤਰਾ ਹੈਗਾ। ਤੁਸੀਂ ਇਹ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਜਦ ਇਹ ਗੱਲ ਕਹਿੰਦੇ ਨੇ, ਕੋਈ ਵਿਰਲਾ ਹੀ ਹੋਏਗਾ ਜੋ ਉਹਨਾਂ ਦੀ ਗੱਲ ਦੇ ਉੱਤੇ ਕੋਈ ਤਵੱਜੋ ਦਿੰਦਾ ਹੋਏਗਾ, ਕਿਉਂਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਿੱਧੂ ਨੂੰ ਮੈਂ ਐਂਟੀ ਨੈਸ਼ਨਲ ਕਹਿ ਕੇ ਭਾਈ ਸਿੱਧੂ ਐਂਟੀ ਨੈਸ਼ਨਲ ਬਣ ਗਿਆ। ਸਵਾਲ ਤੇ ਬਹੁਤ ਸਾਰੇ ਉੱਠਦੇ ਨੇ, ਹਾਲਾਂਕਿ ਆਪੋਜੀਸ਼ਨ ਤੇ ਇਹਨਾਂ ਸਵਾਲਾਂ ਦਾ ਜਵਾਬ ਬੜੇ ਪੁਰਜ਼ੋਰ ਤਰੀਕੇ ਨਾਲ ਦੇ ਸਕਦਾ ਹੈ, ਪਰ ਕੋਈ ਉਠਾਉਂਦਾ ਨਹੀਂ, ਕਿਉਂਕਿ ਇਹ ਮਿਲੀ ਭੁਗਤ ਦੀ ਰਾਜਨੀਤੀ ਹੈਗੀ ਹੈ। ਮਿਲੀ ਭੁਗਤ ਦੀ ਰਾਜਨੀਤੀ ਦੇ ਉੱਤੇ ਕੈਪਟਨ ਸਾਹਿਬ ਸਿੱਧੂ ਉਹਨਾਂ ਦੇ ਉੱਤੇ ਐਂਟੀ ਨੈਸ਼ਨਲ ਦਾ ਇੱਕ ਐਲੀਗੇਸ਼ਨ ਲਾਉਂਦੇ ਨੇ। ਹਾਈ ਕਮਾਨ ਕਾਂਗਰਸ ਦਾ ਚੁੱਪ ਰਹਿੰਦਾ ਹੈ। ਕਾਂਗਰਸ ਦੇ ਹਾਈ ਕਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਸੀ। ਹਾਂ, ਰਾਵਤ ਉਹਨਾਂ ਨੇ ਇੱਕ ਬਿਆਨ ਜ਼ਰੂਰ ਦਿੱਤਾ ਸੀਗਾ ਕਿ ਉਹ ਅਗਰ ਜਨਰਲ ਬਾਜਵਾ ਦੇ ਨਾਲ ਉਹਨਾਂ ਨੇ ਜੱਫੀ ਪਾਈ ਸੀ, ਮੈਂ ਤੁਹਾਨੂੰ ਹੀ ਪੁੱਛਦਾ, ਪੰਜਾਬ ਦੇ ਹਿੱਤਾਂ ਵਾਸਤੇ ਉਹਨਾਂ ਨੇ ਜੱਫੀ ਪਾਈ ਸੀ? ਉਹਨਾਂ ਨੇ ਕੋਈ ਜਨਰਲ ਬਾਜਵਾ ਤੋਂ ਕੋਈ ਫੌਜ ਮੰਗਾਈ ਸੀਗੀ ਜਾਂ ਕੋਈ ਸਾਡੀ ਲੜਾਈ ਛਿੜੀ ਹੋਈ ਸੀਗੀ? ਜੇ ਜਨਰਲ ਬਾਜਵਾ ਦੇ ਨਾਲ ਉਹਨਾਂ ਨੇ ਕਰਤਾਰਪੁਰ ਲਾਂਘੇ ਦੇ ਮੁੱਦੇ ਦੇ ਉੱਤੇ ਜੱਫੀ ਪਾਈ ਤੇ ਗਲਤ ਕੀ ਕੀਤਾ? ਦੂਜੇ ਮੁੱਦੇ ਤੇ ਇਮਰਾਨ ਖਾਨ ਉਹਨਾਂ ਦਾ ਕ੍ਰਿਕਟ ਦੇ ਟਾਈਮ ਤੋਂ ਦੋਸਤ ਸੀਗਾ, ਜੇ ਉਹਦੇ ਸੱਦੇ ਤੇ ਉਹਦੀ ਸਵੀਰਿੰਗ ਇਨ ਸੈਰਾਮਨੀ ਦੇ ਉਹ ਚਲੇ ਜਾਂਦੇ ਨੇ ਉੱਥੇ, ਤੇ ਇਹਦੇ ਵਿੱਚ ਦੇਸ਼ਦਰੋਹੀ ਹੋਣੇ ਵਾਲੀ ਗੱਲ ਹੈ। ਉਹ ਦੇਸ਼ਦਰੋਹੀ ਵਾਲੀ ਗੱਲ ਨਹੀਂ ਹੈਗੀ ਕਿ ਭਾਸਕਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ। ਦੇਖੋ, ਵਾਜਪਾਈ ਸਾਹਿਬ ਬੱਸ ਲੈ ਕੇ ਗਏ ਸੀ, ਜੱਫੀਆਂ ਉਦੋਂ ਵੀ ਪਈਆਂ, ਭਾਵੇਂ ਉਹ ਕੂਟਨੀਤਿਕ ਲੈਵਲ ਤੇ ਸੀ। ਔਰ ਇੱਕ ਦਿਨ ਨਰਿੰਦਰ ਮੋਦੀ ਨਵਾਜ਼ ਸ਼ਰੀਫ ਦੇ ਕਿਸੇ ਆਪਣੇ ਪਰਿਵਾਰਕ ਫੰਕਸ਼ਨ ਤੇ ਸਿੱਧੇ ਚਲੇ ਜਾਂਦੇ ਆ, ਔਰ ਕੋਈ ਉਦੋਂ ਕੋਈ ਰਸਮੀ ਪ੍ਰੋਗਰਾਮ ਨਹੀਂ ਸੀ, ਪ੍ਰੋਟੋਕਾਲ ਪਾਸੇ ਰੱਖਦੇ ਜਾਂਦੇ ਆ, ਮੌਕੇ ਤੇ ਪ੍ਰੋਟੋਕਾਲ ਘੜੇ ਜਾਂਦੇ ਆ। ਖੈਰ, ਇਹ ਸਿਆਸਤਾਂ ਨੇ, ਵਾਰਾ ਖਾਂਦੀ ਜਿੱਥੇ ਉਹਨੂੰ ਗੱਲ ਨੂੰ ਪ੍ਰਵਾਨ ਕਰ ਲਓ, ਦੂਜੀ ਨੂੰ ਰੱਦ ਕਰ ਦਿਓ। ਲੇਕਿਨ ਮੈਂ ਦੋ ਪਹਿਲੂ ਉਹਨਾਂ ਵੱਲ ਜਾਣਾ ਚਾਹੁੰਦਾ। ਦੋ ਵੱਡੇ ਪਹਿਲੂ ਨੇ। ਇੱਕ ਸਭ ਤੋਂ ਪਹਿਲਾ ਪਹਿਲੂ ਕਿ ਨਵਜੋਤ ਸਿੰਘ ਸਿੱਧੂ ਗਲਤ ਸੀ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਅੰਦਾਜ਼ਾ ਨਹੀਂ ਸੀ ਉਹਦੇ ਨਾਲ ਵਾਪਰ ਕੀ ਰਿਹਾ। ਅਸੀਂ ਬਹੁਤ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਇਹ ਜਿੰਨਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦਾ ਇੱਕ ਪ੍ਰੋਗਰਾਮ ਹੈ, ਇਹ ਤੈਅਸ਼ੁਦਾ ਹੈ। ਇਹਨੂੰ ਪਹਿਲਾਂ ਤੋਂ ਘੜ ਲਿਆ ਗਿਆ। ਕਾਂਗਰਸ ਪਾਰਟੀ ਦੇ ਰਣਨੀਤੀਕਾਰ ਨੇ ਬੜੀ ਚਲਾਕੀ ਨਾਲ ਇਹ ਯੋਜਨਾ ਉਲੀਕ ਕੇ ਇਹਨੂੰ ਅੱਗੇ ਵਧਾਇਆ, ਔਰ ਇਹ ਲਗਭਗ ਇਸ ਸਾਲ ਦੇ ਸ਼ੁਰੂ ਤੋਂ ਅੱਗੇ ਵਧ ਰਹੀ ਸੀ। ਉਹਨੂੰ ਸਮਾਂ ਲੱਗ ਗਿਆ, ਉਹਦੇ ਵਿੱਚ ਸਿੱਧੂ ਨੂੰ ਅੱਗੇ ਲਿਆਂਦਾ ਗਿਆ, ਚਿਹਰਾ ਬਣਾਇਆ ਗਿਆ, ਲੜਾਈ ਦਾ ਧੁਰਾ ਬਣਾ ਦਿੱਤਾ ਗਿਆ, ਦੁਸ਼ਮਣੀਆਂ ਨਿੱਜੀ ਪਹੁੰਚ ਗਈਆਂ। ਇਹਨਾਂ ਲੜਾਈਆਂ ਦੇ ਵਿੱਚ ਮਾਝਾ ਬ੍ਰਿਗੇਡ ਵੀ ਅੱਗੇ ਵਧਾਈ ਗਈ, ਸਾਰਾ ਕੁਝ ਹੋਇਆ। ਫਿਰ ਸਭ ਤੋਂ ਜ਼ਿਆਦਾ ਅਹਿਮ ਗੱਲ ਆ ਕਿ ਹਾਈ ਕਮਾਂਡ ਆਪਣੇ ਦਖਲ ਨੂੰ ਇੰਨੀ
ਮਾਈਕਰੋ ਮੈਨੇਜਮੈਂਟ ਜਿਹਨੂੰ ਕਹਿੰਦੇ ਬਰੀਕੀ ਨਾਲ ਅੱਗੇ ਵਧਾ ਰਹੀ ਸੀਗੀ ਕਿ ਉਹਨਾਂ ਨੇ ਪਹਿਲਾਂ ਤੋਂ ਹੀ ਤੈਅ ਕਰ ਰੱਖਿਆ ਹੋਊਗਾ ਜੇ ਕਿ ਫਲਾਮ ਬੰਦਾ ਅਸੀਂ ਬਣਾਉਣਾ ਹੈ, ਉਹਨੂੰ ਕੀ ਬਣਾਉਣਾ। ਲੇਕਿਨ ਕਵਾਇਦ ਕੀ ਕੀਤੀ ਜਾਂਦੀ ਹੈ ਕਿ ਜਾਖੜ ਤੋਂ ਬਾਅਦ ਸੁਖਜਿੰਦਰ ਰੰਧਾਵਾ ਤੋਂ ਬਾਅਦ ਤੀਜੇ ਨੰਬਰ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ। ਹੁਣ ਸਵਾਲ ਇਹ ਸੀ ਕਿ ਇਸ ਸਾਰੇ ਵਰਤਾਰੇ 'ਚ ਕਿੰਨੇ ਇੱਕ ਦੂਜੇ ਦੇ ਸ਼ਰੀਕ ਬਣਾਤੇ, ਜਿਨ੍ਹਾਂ ਨੇ ਇਕੱਠੇ ਹੋ ਕੇ ਬਾਹ ਮਰੋੜਨੀ ਸੀ, ਉਹ ਸਾਰੇ ਦੇ ਸਾਰੇ ਧੜਿਆਂ 'ਚ ਵੰਡ ਕੇ ਕਮਜ਼ੋਰ ਪੈ ਗਏ। ਸਿੱਧੂ ਜਾਖੜ ਨਾਲ ਉਲਝ ਗਏ, ਜਾਖੜ ਵੀ ਤੁਰੰਤ ਬੱਚਿਆਂ ਵਾਂਗ ਕੱਲ ਉਹਨਾਂ ਦੇ ਖਿਲਾਫ ਬਿਆਨ ਜੜਦੇ ਪਏ। ਸਿੱਧੂ ਔਰ ਰਵਨੀਤ ਸਿੰਘ ਬਿੱਟੂ ਦਾ ਸ਼ਰੀਕਾ ਮੁੱਖ ਮੰਤਰੀ ਕੌਣ ਬਣੇ, ਅਗਲੀ ਪੀੜ੍ਹੀ 'ਚ ਕੌਣ ਅੱਗੇ ਆਵੇ, ਉਹ ਵੀ ਤਗੜਾ ਬਣ ਗਿਆ। ਸੁਖਜਿੰਦਰ ਸਿੰਘ ਰੰਧਾਵਾ ਔਰ ਸਿੱਧੂ ਇਕੱਠੇ ਥੋੜੀ ਦੇਰ ਲਈ ਚੱਲਦੇ ਦਿਸੇ ਸੀ, ਉਹਨਾਂ ਦਾ ਵੀ ਏਡਾ ਵੱਡਾ ਸ਼ਰੀਕਾ ਪੈ ਗਿਆ ਕਿ ਗੱਲ ਹੁਣ ਮੈਨੂੰ ਲੱਗਦਾ ਇੱਕ ਦੂਜੇ ਨੂੰ ਬੋਲਦੇ ਵੀ ਚੱਜ ਨਾਲ ਨਹੀਂ ਹੋਣੇ। ਤੇ ਜਿੱਥੋਂ ਤੱਕ ਸਵਾਲ ਸੀ, ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ, ਉਹ ਵੀ ਵਰਤਾਰਿਆਂ ਨੂੰ ਸਾਡੇ ਵਰਗਿਆਂ ਨੇ ਇੰਨਾ ਵਧਾ ਕੇ ਦੱਸਿਆ ਕਿ ਮੋਢੇ ਤੇ ਹੱਥ ਕਿਉਂ ਰੱਖ ਲਿਆ, ਬਾਂਹ ਕਿਉਂ ਫੜ ਲਈ, ਉਹ ਸਾਰੇ ਕੁਝ ਨੂੰ ਇੰਜ ਪ੍ਰਚਾਰਿਆ ਗਿਆ ਔਰ ਉਸ ਰਿਸ਼ਤੇ ਨੂੰ ਵੀ ਅੱਗੇ ਨਹੀਂ ਵਧਣ ਦਿੱਤਾ ਗਿਆ। ਅਖੀਰ ਦੇ ਵਿੱਚ ਨਿਯੁਕਤੀਆਂ ਨੂੰ ਲੈ ਕੇ, ਪੋਰਟਫੋਲੀਓਜ਼ ਨੂੰ ਲੈ ਕੇ, ਅਗਲੇ ਏਜੰਡੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਲੀਨ ਬੋਲਡ ਕੀਤੇ ਗਏ। ਜਦੋਂ ਤੁਸੀਂ ਦਰਸ਼ਨੀ ਘੋੜੇ ਬਣਾਉਣ ਤੇ ਜਾਓ ਤਾਂ ਫਿਰ ਜਾਂ ਤਾਂ ਬਣ ਕੇ ਸ਼ੋਕੇਸ ਦੇ ਵਿੱਚ ਰਹਿ ਜਾਓ ਤਸਵੀਰ ਬਣ ਕੇ, ਤੇ ਨਹੀਂ ਤਾਂ ਫਿਰ ਤੁਸੀਂ ਵਿਰੋਧ ਕਰ ਦਿਓ। ਕੰਧ ਨਾਲ ਲੱਗਿਆ ਬੰਦਾ ਹੋਰ ਕਿੱਥੇ ਧੱਕ ਦਿਓਗੇ। ਨਵਜੋਤ ਸਿੰਘ ਸਿੱਧੂ ਤਾਕਤਵਰ ਸੀ, ਕਾਂਗਰਸ ਪਾਰਟੀ ਸਿੱਧੂ ਦੇ ਚਿਹਰੇ ਤੇ ਚੜ ਕੇ 2022 ਚ ਦਾਖਲ ਹੋਣਾ ਚਾਹੁੰਦੀ ਸੀ, ਲੇਕਿਨ ਸਿੱਧੂ ਨੂੰ ਇਹ ਗੱਲ ਸ਼ਾਇਦ ਸਮਝ ਆਉਣੀ ਸ਼ੁਰੂ ਹੋ ਗਈ। ਸਿੱਧੂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਮੇਰੀ ਸਥਿਤੀ ਕੀ ਆ, ਮੈਨੂੰ ਕਿੱਥੋਂ ਤੱਕ ਵਰਤਿਆ ਜਾ ਸਕਦਾ। ਦੇਰ ਆਏ ਦਰੁਸਤ ਆਏ। ਪੰਜਾਬ ਦੀਆਂ ਗੱਲਾਂ ਕਰਨ ਵਾਲੇ ਹੋ ਤਾਂ ਆਰਡਰ ਦਿੱਲੀ ਤੋਂ ਲੈਣੇ ਹੋ। ਆ ਕੇਜਰੀਵਾਲ ਸਾਹਿਬ ਇੱਥੇ ਆ ਰਹੇ ਆ, ਸਵਾਲ ਉੱਥੇ ਵੀ ਖੜਾ ਹੁੰਦਾ। ਜੇਕਰ ਕੇਜਰੀਵਾਲ ਤਬਦੀਲੀ ਚਾਹੁੰਦੇ ਆ, ਕੇਜਰੀਵਾਲ ਦੀ ਪਾਰਟੀ ਤਬਦੀਲੀ ਚਾਹੁੰਦੀ ਆ, ਤਾਂ ਫਿਰ ਉਹ ਵੀ ਸਿੱਧੂ ਦਾ ਵਿਰੋਧ ਕਰ ਰਿਹਾ। ਸਰਦਾਰ ਸੁਖਦੇਵ ਸਿੰਘ ਢੀਂਡਸਾ ਰਵਾਇਤੀ ਦਲ ਦੇ ਵਿੱਚੋਂ ਨਿਕਲ ਕੇ ਨਵੀਂ ਤਰ੍ਹਾਂ ਦੀ ਗੱਲ ਕਰਨਾ ਚਾਹੁੰਦੇ ਆ, ਉਹ ਵੀ ਸਿੱਧੂ ਦਾ ਵਿਰੋਧ ਕਰ ਰਿਹਾ। ਅਕਾਲੀਆਂ ਨੇ ਤਾਂ ਵਿਰੋਧ ਕਰਨਾ ਹੀ ਆ, ਸੰਸਥਾਵਾਂ ਵਿਰੋਧ ਕਰ ਰਹੀਆਂ। ਇੱਕ ਵਿਅਕਤੀ ਦਾ ਵਿਰੋਧ ਇਸ ਪੱਧਰ ਤੱਕ ਜੇ ਹੋ ਰਿਹਾ, ਆਖਰ ਤੁਹਾਨੂੰ ਇਹ ਸਮਝਣ ਦੀ ਲੋੜ ਤਾਂ ਹੋਊਗੀ ਕਿ ਉਹ ਕਿੰਨਿਆਂ ਕੁ ਦਾ ਦੁਸ਼ਮਣ ਹੋ ਸਕਦਾ। ਉਹਦੇ ਸੁਭਾਅ ਮਾੜਾ ਵਾ ਉਹ, ਲੇਕਿਨ ਜਿਨ੍ਹਾਂ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਹੋ, ਪੰਜਾਬ ਕੁਰਲਾ ਉੱਠਿਆ ਸੀ। ਬੇਅਦਬੀ ਮਾਮਲਿਆਂ 'ਚ ਅਕਾਲੀਆਂ ਨੂੰ ਕਿੱਡੀ ਵੱਡੀ ਸਜ਼ਾ ਮਿਲੀ, ਪੰਜਾਬ ਸਾਰਾ ਬਲੌਕ ਕਰਤਾ ਗਿਆ ਸੀ, ਲੋਕ ਭਾਵਨਾਵਾਂ ਨੇ ਰੋਕ ਕੇ ਰੱਖਤਾ ਸੀ, ਥੰਮ ਗਈ ਸੀ ਜ਼ਿੰਦਗੀ ਉਦੋਂ। ਤੇ ਫਿਰ ਜਦੋਂ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ, ਅਜੇ ਵੀ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਮਾਲਵੀ ਪੱਟੀ 'ਚ ਜਾਂਦੇ ਆ ਤੇ ਲੋਕ ਕਹਿੰਦੇ ਇੱਥੇ ਆ ਵਿਕਦਾ, ਇੱਥੇ ਆ ਵਿਕਦਾ, ਤੇ ਉਹ ਵੀਡੀਓ ਦੇ ਵਿੱਚ ਹਦਾਇਤਾਂ ਦੇ ਰਿਹਾ ਕਿ ਨਸ਼ੇ ਵਾਲਾ ਮੈਨੂੰ ਬਿਲਕੁਲ ਵਾਰਾ ਨਹੀਂ ਖਾਂਦਾ, ਮੈਂ ਜਿੱਥੇ ਵੇਖ ਲਿਆ ਮੈਂ ਸੋਲੀ ਟੰਗ ਦੂੰ, ਜਾਂ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਕਰਦੇ। ਨਸ਼ਾ ਅਜੇ ਵੀ ਘਰ ਘਰ ਦੀ ਸਮੱਸਿਆ, ਕਿਉਂਕਿ ਦੂਜੇ ਮੁੱਦੇ ਭਾਰੂ ਹੋ ਜਾਂਦੇ ਆ। ਜਿਹੜੇ ਇਹੋ ਜਿਹੇ ਮੁੱਦੇ ਆ ਥੋੜੇ ਪਿੱਛੇ ਚੱਲ ਜਾਂਦੇ ਆ ਥੋੜੀ ਦੇਰ ਲਈ। ਜਦੋਂ ਕਿਸੇ ਦੀ ਨਾੜ 'ਚ ਟੀਕਾ ਫਸਿਆ ਰਹਿ ਜਾਂਦਾ, ਉਸ ਖਿੱਤੇ ਦੀ ਖਬਰ ਬਣ ਕੇ ਉਸ ਅਖਬਾਰ ਦੇ ਵਿੱਚ ਲੋਕਲ ਪੇਜ ਤੇ ਛਪ ਕੇ ਆਪਣੀ ਮੌਤ ਤੇ ਮਰ ਜਾਂਦੀ ਹੈ, ਦਫਨ ਹੋ ਜਾਂਦੀ। ਸਵਾਲ ਤਾਂ ਇਹ ਸੀਗਾ ਕਿ ਜਿਨ੍ਹਾਂ ਮੁੱਦਿਆਂ ਨੂੰ ਸਿੱਧੂ ਉਠਾ ਰਿਹਾ ਸੀਗਾ, ਉਹ ਪੰਜਾਬ ਦੀ ਇਕਨੋਮੀ ਨਾਲ ਵੀ ਜੁੜਦੇ ਆ ਤੇ ਸਾਡੇ ਜੀਵਨ ਦੀ ਤੋਰ ਨਾਲ ਵੀ, ਰੂਹ ਨਾਲ ਵੀ ਜੁੜਦੇ, ਸਾਡੇ ਧਰਾਤਲ ਦੀਆਂ ਗੱਲਾਂ ਨੇ ਉਹ। ਤੇ ਅਸੀਂ ਜੇਕਰ ਰਵਾਇਤ ਨਾਲ ਹੀ ਚੱਲਣਾ, ਉਹਨਾਂ ਪੈੜਾਂ ਦੇ ਨਾਲ ਨਾਲ ਹੀ ਚੱਲਣਾ, ਤਾਂ ਫਿਰ ਤਾਂ ਆਪਾਂ ਚੱਲਦੇ ਹੀ ਪਏ। ਸੋ ਸਾਨੂੰ ਸਿੱਧੂ ਨੂੰ ਮਾਈਨਸ ਕਰ ਦੇਣਾ ਚਾਹੀਦਾ। ਪੋਲਿਟਿਕਸ ਉਹਦੇ ਵੱਸ ਦਾ ਰੋਗ ਨਹੀਂ। ਪੰਜਾਬੀਓ, ਇਹੋ ਜਿਹੇ ਵਿਅਕਤੀ ਹੂੰਜ ਕੇ ਬਾਹਰ ਸੁੱਟ ਦਿਓ, ਆਪਾਂ ਨੂੰ ਲੋੜ ਨਹੀਂ, ਕਿਉਂਕਿ ਆਪਾਂ ਜੀਣਾ ਸਿੱਖ ਲਿਆ ਇਹਨਾਂ ਪਰਿਸਥਿਤੀਆਂ 'ਚ, ਇਹਨਾਂ ਹਾਲਾਤਾਂ 'ਚ। ਸੋ ਨਵਜੋਤ ਸਿੰਘ ਸਿੱਧੂ ਲਈ ਸਾਡੇ ਕੋਲ ਇਸ ਤੋਂ ਵਧੀਆ ਸ਼ਬਦ ਨਹੀਂ ਹੋ ਸਕਦੇ ਕਿ ਉਹ ਮੌਜੂਦਾ ਸਿਆਸਤ ਦੇ ਅਨਫਿਟ ਆ। ਜਿੰਨੇ ਫਿੱਟ ਲੋਕ ਆ ਉਹ ਸਾਰੇ ਉਹਦੇ ਖਿਲਾਫ ਆ, ਜਿੰਨੇ ਸਾਡੇ ਵਰਗੇ ਰੌਲਾ ਪਾਉਣ ਵਾਲੇ ਲੋਕ ਆ, ਅਸੀਂ ਸਾਰੇ ਉਹਦੇ ਖਿਲਾਫ ਆ, ਕਿਉਂਕਿ ਅਸੀਂ ਸੱਤਾ ਦੇ ਨਾਲ ਤੁਰਨਾ ਸਿੱਖ ਲਿਆ। ਸੱਤਾ ਤੋਂ ਬਿਨਾਂ ਅਸੀਂ ਤੁਰ ਨਹੀਂ ਸਕਦੇ, ਕਿਉਂਕਿ ਸਾਡੀਆਂ ਵੀ ਲੋੜਾਂ ਨੇ, ਸਾਡੇ ਵੀ ਫਿਊਚਰ ਨੇ, ਸਾਡੇ ਵੀ ਕੰਮਕਾਜ ਆ। ਪਰ ਪੰਜਾਬੀਓ, ਇੱਕ ਦਿਨ ਜ਼ਰੂਰ ਆਪਾਂ ਸੋਚਾਂਗੇ ਗਲਤੀ ਕਿੱਥੇ ਕਿੱਥੇ ਕਰਕੇ ਆਏ। ਜਦੋਂ ਸੇਕ ਸਾਡੀਆਂ ਬਰੂਹਾਂ ਤੱਕ ਚੜੂਗਾ, ਜਦੋਂ ਸੇਕ ਸਾਡੇ ਅੰਦਰ ਨੂੰ ਲੂਗਾ ਨਾ, ਜਦੋਂ ਸਾਡਾ ਕੋਈ ਆਪ ਭੇਂਟ ਚੜਿਆ, ਉਦੋਂ ਪੁੱਛਾਂਗੇ ਕਿ ਜੇ ਕੋਈ ਤੁਰਿਆ ਸੀ ਤੇ ਅਸੀਂ ਤਾਂ ਉਹਦਾ ਵਿਰੋਧ ਕੀਤਾ ਸੀ। ਕਿਉਂਕਿ ਔਖੀ ਟਗਰਾ ਕੁਰਬਾਨੀ ਦੇਣੀ ਪੈਂਦੀ ਆ, ਮੁਸੀਬਤ ਸਹਿਣੀ ਪੈਂਦੀ ਆ। ਹੋ ਸਕਦਾ ਥੋੜੀ ਦੇਰ ਤੱਕ ਸਿੱਧੂ ਨੂੰ ਆਈਸੋਲੇਟ ਕਰਤਾ ਜਾਵੇ, ਕਾਂਗਰਸ ਪਾਰਟੀ ਫੈਸਲਾ ਕਰ ਲੇ ਵੀ ਸਿੱਧੂ ਵੱਲ ਕਿਸੇ ਨੇ ਨਹੀਂ ਜਾਣਾ, ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ। ਕਿਉਂਕਿ ਕੱਲ ਕਾਂਗਰਸ ਨੂੰ ਬੜੀ ਵੱਡੀ ਸੱਟ ਮਾਰੀ ਆ, ਜਦੋਂ ਕਨਈਆ ਕੁਮਾਰ ਜਿਹੜਾ ਆਈਕਨ ਆ ਯੂਥ ਦਾ ਦੇਸ਼ ਭਰ 'ਚ, ਜਦੋਂ ਜਗਨੇਸ਼ ਵਰਗਾ ਜਿਹੜਾ ਆਜ਼ਾਦ ਵੀ ਜਿੱਤ ਜਾਂਦਾ, ਉਹ ਕਾਂਗਰਸ 'ਚ ਸ਼ਾਮਲ ਹੋ ਰਹੇ ਸੀ। ਸਿੱਧੂ ਅਸਤੀਫਾ ਦੇ ਕੇ ਉਹਨਾਂ ਦੀ ਖਬਰ ਨੂੰ ਇੰਨੀ ਕੁ ਕਰ ਦਿੰਦਾ। ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਦੇ ਵਿੱਚ ਸੁਰਖੀ ਬਣ ਜਾਂਦਾ।
ਕਾਂਗਰਸ ਪਾਰਟੀ ਨੂੰ ਬੜੀ ਵੱਡੀ ਸੱਟ ਮਾਰੀ ਹੈ ਸਿੱਧੂ ਨੇ। ਕੋਈ ਵੱਡੀ ਗੱਲ ਨਹੀਂ ਕਿ ਰਾਤ ਭਰ ਦੀ ਕਵਾਇਦ ਤੋਂ ਬਾਅਦ ਇਹ ਫੈਸਲਾ ਕਰ ਲਿਆ ਜਾਵੇ ਕਿ ਸਿੱਧੂ ਨਾਲੋਂ ਦੂਰੀ ਬਣਾ ਲਓ। ਹੋ ਸਕਦਾ ਦਿਨੇ ਜਦੋਂ ਕੈਬਨਿਟ ਜੁੜੇ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਤਰ੍ਹਾਂ ਦਾ ਆਦੇਸ਼ ਮਿਲ ਜੇ ਕਿ ਨਹੀਂ, ਇਹ ਮਾੜਾ ਬੰਦਾ ਯਾਰ, ਇਹ ਤੋਂ ਪਾਸ ਦੂਰੀ ਬਣਾ ਲਓ। ਪਰ ਯਾਦ ਰੱਖਿਓ, ਕਾਂਗਰਸੀ ਜਿਹੜੇ ਧਰਾਤਲ ਤੇ ਬੈਠੇ ਆ, 2022 ਹੁਣ ਤੁਸੀਂ ਭੁੱਲ ਜਾਓ। ਜੇਕਰ ਨਵਜੋਤ ਸਿੰਘ ਸਿੱਧੂ ਤੁਹਾਡੇ ਨਾਲ ਨਹੀਂ ਤਾਂ ਇਹ ਮੰਨਣਾ ਪਊਗਾ ਕਿ ਪਪੂਲਰ ਵੋਟ ਜਿਹੜੀ ਹੈ ਜਾਂ ਪਪੂਲਰ ਨਜ਼ਰੀਆ ਹੈ ਉਹ ਸਿੱਧੂ ਦੇ ਹੱਕ 'ਚ ਤੁਰਦਾ ਦਿਸਦਾ ਹੈ। ਕੱਲ ਦਾ ਅਸੀਂ ਇਹਨੂੰ ਹੰਡਾਇਆ ਹੈ, ਲੋਕ ਇਸ ਗੱਲ ਨਾਲ ਸਹਿਮਤ ਨੇ ਕਿ ਸਿੱਧੂ ਕੁਝ ਗਲਤ ਕਹਿ ਤਾਂ ਨਹੀਂ, ਬੰਦਾ ਤਾਂ ਗਲਤ ਆ, ਪਰ ਕੁਝ ਜੋ ਕਹਿ ਰਿਹਾ ਉਹ ਗਲਤ ਨਹੀਂਗਾ। ਜੇ ਉਹ ਸਮਝ ਰਿਹਾ ਵੀ 2 ਮਹੀਨਿਆਂ 'ਚ ਰਾਜਨੀਤੀ ਮੁੱਦਿਆਂ ਦੀ ਹੋਣੀ ਚਾਹੀਦੀ ਸੀਗੀ, ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ ਜੇ ਨਹੀਂ ਹੋਣੀ ਸੀ। ਸੋ ਮੈਨੂੰ ਇੰਝ ਲੱਗਦਾ ਹੈ ਕਿ ਹੋ ਸਕਦਾ ਥੋੜੀ ਦੇਰ ਬਾਅਦ ਨਵਜੋਤ ਸਿੰਘ ਸਿੱਧੂ ਉਹਦੀ ਕੋਠੀ ਸੁਨਸਾਨ ਹੋ ਜੇ, ਭਾਂ ਕਰਨ ਲੱਗ ਜੇ। ਵੱਡੀ ਗੱਲ ਨਹੀਂ ਕਿ ਸਰਦਾਰ ਪ੍ਰਗਟ ਸਿੰਘ ਵਰਗੇ ਵੀ ਕੈਬਨਿਟ ਦੇ ਵਿੱਚ ਮਜ਼ੇ ਨਾਲ ਮੁਸਕਰਾਉਂਦੇ ਨਜ਼ਰ ਆਉਣ ਜਾਂ ਸਿਆਣੀਆਂ ਗੱਲਾਂ ਕਰਦੇ ਮੀਡੀਆ ਦੇ ਸਾਹਮਣੇ ਨਜ਼ਰ ਆਉਣ, ਕਿਉਂਕਿ ਸਿਆਸਤ ਆ, ਕੁਰਸੀ ਆ, ਲੱਡੂ ਨੇ, ਬਹੁਤ ਕੁਝ ਆ। ਤੇ ਫਿਰ ਅਸੂਲ ਅਸਾਲ ਜਿਹੜੇ ਆਪਾਂ 2 ਮਹੀਨੇ 6 ਮਹੀਨੇ ਬਾਅਦ ਵੀ ਝਾੜ ਲਵਾਂਗੇ। ਅੱਜ ਤਾਂ ਚੰਗਾ ਰੱਖੀਏ, ਅੱਜ ਤਾਂ ਸਾਡੇ ਨਾਲ ਕਈ ਸ਼ਬਦ ਜੁੜਦੇ ਆ। ਖੈਰ, ਮੈਂ ਜਾਂਦੇ ਹੁਣ ਤੁਹਾਡੇ ਕੋਲ ਟਿੱਪਣੀ ਲੈਣਾ ਚਾਹੁੰਦਾ। ਜਿਸ ਤਰੀਕੇ ਨਾਲ ਸਿੱਧੂ ਦੇ ਉਹਦੇ ਅਸਤੀਫੇ ਦੇਣ ਤੋਂ ਬਾਅਦ ਆਪਣੀ ਪੋਲੀਟੀਕਲ ਪਾਰਟੀ ਤੇ ਉਹਨਾਂ ਦੀ ਦੂਜੀ ਪੋਲੀਟੀਕਲ ਪਾਰਟੀ, ਸਾਰੀਆਂ ਪੋਲੀਟੀਕਲ ਪਾਰਟੀ ਦੇ ਲੀਡਰ ਉਹਦੇ ਦੁਸ਼ਮਣ ਬਣ ਗਏ। ਉਹ ਮੈਨੂੰ ਗਾਣਾ ਯਾਦ ਆਉਂਦਾ ਹੈ, ਗਿੱਦੜਾਂ ਦਾ ਸੁਣਿਆ ਗਰੁੱਪ ਤੁਰਦਾ, ਕਹਿੰਦੇ ਸ਼ੇਰ ਮਾਰਨਾ। ਬਿਲਕੁਲ ਸਿਚੁਏਸ਼ਨ ਐਦਾਂ ਦੀ ਹੈਗੀ ਹੈ ਕਿ ਜਿੱਦਾਂ ਸ਼ੇਰ ਮਾਰਨ ਵਾਸਤੇ ਸਾਰੀ ਪੋਲੀਟੀਕਲ ਪਾਰਟੀਆਂ ਦੇ, ਆਪਾਂ ਗਿੱਦੜ ਤੇ ਨਹੀਂ ਕਵਾਂਗੇ ਉਹਨਾਂ ਨੂੰ, ਸਾਰੀ ਪੋਲੀਟੀਕਲ ਪਾਰਟੀਆਂ ਦੇ ਜਿਹੜੀ ਆਪਣੀ ਪਾਰਟੀ 'ਚ ਆਪਣੇ ਆਪ ਨੂੰ ਸ਼ੇਰ ਸਮਝਦੇ ਨੇ, ਉਹ ਉਸ ਸ਼ੇਰ ਨੂੰ ਮਾਰਨ ਨੂੰ ਫਿਰਦੇ ਨੇ, ਜੋ ਉਹਨਾਂ ਸਾਰੀ ਪੋਲੀਟੀਕਲ ਪਾਰਟੀਆਂ ਵਾਸਤੇ ਖਤਰਾ ਹੈ। ਆ ਜਿਹੜੇ ਹਾਲਾਤ ਨੇ ਨਾ, ਉਹਨੇ ਸਿੱਧੂ ਦੇ ਪੱਖ ਵਿੱਚ ਬੜਾ ਵੱਡਾ ਇੱਕ ਆਵਾਮ ਖੜਾ ਕਰਤਾ ਹੈ, ਜਿਹਦੀ ਅਸੀਂ ਇੱਕ ਘੋਖ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ, ਜਿਹੜੀ ਤੁਸੀਂ ਗੱਲ ਕਹਿ ਕੇ ਹਟੇ ਹੋ ਨਾ, ਕਿ ਸਿੱਧੂ ਦੇ ਨਾਲ ਬਹੁਤ ਵੱਡਾ ਆਵਾਮ ਸਿੱਧੂ ਦੇ ਨਾਲ ਜੁੜ ਚੁੱਕਿਆ ਹੈ। ਔਰ ਇਸ ਟਾਈਮ ਜੇ ਮੁੱਦਿਆਂ ਦੀ ਰਾਜਨੀਤੀ ਦੇ ਉੱਤੇ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਕੇਜਰੀਵਾਲ ਵੀ ਸਿੱਧੂ ਤੋਂ ਪਿੱਛੇ ਖੜੇ ਨਜ਼ਰ ਆਉਂਦੇ ਨੇ। ਇੱਦਾਂ ਦੇ ਹਾਲਾਤ ਭਾਵੇਂ ਤੁਸੀਂ ਜਾਂ ਕਾਂਗਰਸ ਹਾਈ ਕਮਾਨ ਇਹ ਗੱਲ ਸੋਚ ਲੇ ਕਿ ਸ਼ਾਇਦ ਅਸੀਂ ਸਿੱਧੂ ਨੂੰ ਆਈਸੋਲੇਟ ਕਰ ਦਾਂਗੇ, ਸਿੱਧੂ ਨੂੰ ਮਾਰ ਦਾਂਗੇ, ਲੇਕਿਨ ਸਿੱਧੂ ਜਦੋਂ ਆਈਸੋਲੇਟ ਹੋਏਗਾ ਤੇ ਪੋਲੀਟੀਕਲੀ ਉਹ ਬਹੁਤ ਅੱਗੇ ਜਾਏਗਾ। ਉਹ ਗੱਲ ਅਸੀਂ ਆਵਾਮ ਦੇ ਵਿੱਚ, ਲੋਕਾਂ ਦੇ ਵਿੱਚ, ਗਰੀਬ ਲੋਕਾਂ ਦੇ ਵਿੱਚ, ਆਮ ਜਨਤਾ ਦੇ ਵਿੱਚ ਪੜ੍ਹ ਕੇ ਦੇਖੀ ਹੈ ਕਿ ਸਿੱਧੂ ਦਾ ਪੋਲੀਟੀਕਲ ਕੈਰੀਅਰ ਬੜਾ ਜ਼ਬਰਦਸਤ ਹੈਗਾ, ਕਿਉਂਕਿ ਉਹ ਮੁੱਦਿਆਂ ਦੀ ਰਾਜਨੀਤੀ ਕਰਦਾ ਹੈ। ਭਾਵੇਂ ਉਹ ਸਾਰੇ ਰਾਜਨੀਤਿਕ ਲੀਡਰਾਂ ਦਾ ਅੱਜ ਦੁਸ਼ਮਣ ਨਜ਼ਰ ਆਉਂਦਾ ਹੈ। ਅਕਾਲੀ ਦਲ ਨੂੰ ਆਪ ਦੀ ਚਿੰਤਾ ਹੈਗੀ ਹੈ ਕਿ ਜੇ ਸਿੱਧੂ ਅੱਗੇ ਆ ਗਿਆ ਤੇ ਸਾਡਾ ਕੀ ਬਣੂ। ਉਹ ਦੂਜੀ ਪੋਲੀਟੀਕਲ ਪਾਰਟੀਆਂ, ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਟੈਨਸ਼ਨ ਹੈਗੀ ਹੈ ਜੇ ਸਿੱਧੂ ਅੱਗੇ ਆ ਗਿਆ ਤੇ ਆਪਾਂ ਏਜੰਡੇ ਕਿੱਥੇ ਚਲਾਵਾਂਗੇ। ਫਿਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੁਣੇ ਸਿੱਧੂ ਤੋਂ ਚੋਟ ਖਾ ਕੇ ਬੈਠੇ ਨੇ, ਉਹਨਾਂ ਦਾ ਕਹਿਣਾ ਬਣਦਾ ਹੈ ਵੀ ਸਿੱਧੂ ਤੇ ਐਂਟੀ ਨੈਸ਼ਨਲ ਹੈਗਾ, ਇਹਨੂੰ ਪੰਜਾਬ ਦਾ ਸੀਐਮ ਬਣਾਇਆ ਤੇ ਮੈਂ ਉਹਦੇ ਖਿਲਾਫ ਚੱਲੂੰਗਾ। ਦੂਜੇ ਪਾਸੇ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਅਮਿਤ ਸ਼ਾਹ ਉਹਨਾਂ ਦੇ ਨਾਲ ਔਰ ਮੋਦੀ ਉਹਨਾਂ ਦੇ ਨਾਲ ਮੀਟਿੰਗ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੀ। ਇੱਕ ਅਖਬਾਰ ਨੇ ਤਾਂ ਇੱਥੇ ਤੱਕ ਕਿਹਾ ਹੈ ਕਿ 28 ਕੁ MLA ਉਹਨਾਂ ਕੋਲ ਕਾਂਗਰਸ ਦੇ ਪੰਜਾਬ ਦੇ ਹੋ ਗਏ ਨੇ, ਜੋ ਕਿਸੇ ਵੀ ਟਾਈਮ ਨੂੰ ਸਰਕਾਰ ਗਿਰਾ ਸਕਦੇ ਨੇ। ਇਹ ਸਾਰੀ ਗੱਲਾਂ ਸ਼ੁਰੂਆਤ ਹੀ ਇਸ ਕਰਕੇ ਹੋ ਰਹੀ ਹੈ ਕਿ ਸਿੱਧੂ ਮੁੱਦਿਆਂ ਦੀ ਰਾਜਨੀਤੀ ਕਰਨਾ ਚਾਹੁੰਦਾ ਹੈ, ਜੋ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਨਹੀਂ ਕਰਨ ਦਿੱਤੀ। ਨਈ ਸਰਕਾਰ ਬਣੀ ਹੈ, ਉਹਦੇ ਵਿੱਚ ਉਹਨਾਂ ਨੂੰ ਉਮੀਦ ਸੀਗੀ ਕਿ ਸ਼ਾਇਦ ਉਹਨਾਂ ਗੱਲਾਂ ਦੇ ਉੱਤੇ ਕੋਈ ਗੱਲ ਤੁਰੇਗੀ ਔਰ ਉਹ 2-3 ਮਹੀਨਿਆਂ ਦੇ ਵਿੱਚ ਕੁਝ ਕੰਮ ਹੋਣਗੇ, ਜਿਹਦੀ ਆਸ ਸ਼ਾਇਦ ਉਹਨਾਂ ਨੂੰ ਨਹੀਂ ਸੀ। ਇਸ ਕਰਕੇ ਹੀ ਸਿੱਧੂ ਉਹਨਾਂ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਹੁਣ ਮੁੱਦਿਆਂ ਦੀ ਰਾਜਨੀਤੀ ਛੱਡੋ, ਹੁਣ ਤੇ ਮਲਾਈ ਖਾਓ। ਸਾਰੇ ਖਾ ਰਹੇ ਨੇ, ਤੁਸੀਂ ਵੀ ਖਾ ਲਓ। ਪਰ ਚਲੋ ਉਹਨਾਂ ਨੇ ਮਲਾਈ ਖਾਣਾ ਮਨਜ਼ੂਰ ਨਹੀਂ ਕੀਤਾ ਔਰ ਉਹਨਾਂ ਮੁੱਦਿਆਂ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਅੱਜ ਸਿੱਧੂ ਆਈਸੋਲੇਟ ਹੁੰਦੇ ਨਜ਼ਰ ਆ ਰਹੇ ਨੇ। ਪਰ ਜਿਹੜਾ ਵਿਅਕਤੀ ਮੁੱਦਿਆਂ ਦੇ ਉੱਤੇ ਆਈਸੋਲੇਟ ਹੁੰਦਾ ਹੈ, ਉਹ ਕਦੀ ਵੀ ਪੂਰਾ ਝੰਡਾ ਚੱਕ ਕੇ ਸਭ ਤੋਂ ਅੱਗੇ ਵੀ ਖੜਾ ਨਜ਼ਰ ਆ ਸਕਦਾ। ਔਰ ਮੈਨੂੰ ਲੱਗਦਾ ਹੈ ਕਿ ਸਿੱਧੂ ਦੇ ਬਾਰੇ 'ਚ ਅਗਰ ਅਸੀਂ ਇਹ ਗੱਲ ਕਹੀਏ ਤੇ ਕੋਈ ਵੱਡੀ ਗੱਲ ਨਹੀਂ ਹੋਏਗੀ ਕਿ ਆਉਣ ਵਾਲੇ ਟਾਈਮ ਵਿੱਚ ਸਿੱਧੂ ਜਿੱਦਾਂ ਅੱਜ ਪੰਜਾਬ ਦੇ ਸਭ ਤੋਂ ਵੱਡੇ ਲੀਡਰ ਵਜੋਂ ਉੱਭਰੇ ਨੇ, ਉੱਦਾਂ ਹੀ ਅੱਗੇ ਚੱਲ ਕੇ ਉਸ ਤੋਂ ਵੀ ਵੱਡੇ ਲੀਡਰ ਵਜੋਂ ਉੱਭਰਨਗੇ। ਮੈਂ ਭਾਸਕਰ ਸਾਹਿਬ ਜਾਂਦੇ ਅਵਤਾਰ ਪਾਸ਼ ਦੀਆਂ 17 ਨਾਲ ਖਤਮ ਕਰਨਾ ਚਾਹੂੰਗਾ। ਭਾਵੇਂ ਉਹ ਕਾਮਰੇਡ ਵਿਚਾਰਧਾਰਾ ਨਾਲ ਜੁੜਿਆ ਵਿਅਕਤੀ ਸੀ, ਪੂਰੇ ਪੰਜਾਬ ਜਾਂ ਪੂਰੀ ਵਿਚਾਰਧਾਰਾ ਦੀ ਤਰਜਮਾਨੀ ਕਰਨੀ, ਕਿਉਂਕਿ ਕਈ ਵਾਰੀ ਆਲੋਚਨਾ ਵੀ ਹੁੰਦੀ ਹੈ,
ਮੈਂ ਪਰ ਫਿਰ ਵੀ ਉਹਦੇ ਲਫ਼ਜ਼ ਕਿ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸੱਦਰਾਂ ਲਈ, ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਉਹ ਜਦੋਂ ਆਖਦਾ ਹੈ ਕਿ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਚ ਨਾ ਹੋਈ ਤਾਂ ਲੜਨ ਦੀ ਲੋੜ ਹੋਵੇਗੀ। ਤੇ ਅਸੀਂ ਲੜਾਂਗੇ ਸਾਥੀ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ, ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ, ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ, ਲੜ ਕੇ ਮਰ ਚੁੱਕਿਆਂ ਦੀ ਯਾਦ ਜਿੰਦਾ ਰੱਖਣ ਲਈ ਕਿ ਅਸੀਂ ਲੜਾਂਗੇ ਸਾਥੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।